ਕਾਰੋਬਾਰ ਨੂੰ ਚਮਕਾਣਾ ਤੇ ਹਮਦਰਦੀ ਕਦੇ ਵੀ ਨਾ ਕਰਿਓ। ਜਵਾਨ ਕਹਿੰਦਾ ਮੇਰੇ 10 ਰੈਸਟੋਰੈਂਟ ਸੀ ਤੇ ਬਹੁਤ ਅੱਛੇ ਮਾਸ਼ਾਅੱਲਾ ਚੱਲਦੇ ਸੀ। ਕਹਿੰਦਾ ਬੜੀ ਮੈਂ ਮਿਹਨਤ ਕੀਤੀ, ਕਹਿੰਦਾ ਮਿਹਨਤ ਕਰਕੇ ਮੈਂ ਇਸ ਮੁਕਾਮ ਤੇ ਪਹੁੰਚਿਆ ਸਾਂ। ਕਹਿੰਦਾ ਪਹਿਲਾਂ ਇੱਕ ਰੈਸਟੋਰੈਂਟ ਬਣਾਇਆ ਸੀ, ਉਹ ਵੀ ਕਰਜ਼ ਲੈ ਕੇ ਮੈਂ ਬਣਾਇਆ ਸੀ। ਕਹਿੰਦਾ ਪਾਕਿਸਤਾਨ ਨੂੰ ਮੈਂ ਪੈਸੇ ਮੰਗਾਏ ਸੀ। ਕਹਿੰਦਾ ਰਾਤੀ 1-1 ਵਜੇ ਤੱਕ ਮੈਂ ਆਪੂ ਡਿਊਟੀ ਦਿੰਦਾ ਸਾਂ, ਮੇਰੇ ਪੈਰ ਵੀ ਸੁੱਜ ਜਾਂਦੇ ਸੀ ਥੱਲਿਓਂ, ਇਤਨਾ ਮੈਂ ਕੰਮ ਕਰਦਾ ਸਾਂ। ਕਹਿੰਦਾ ਆਸਤਾ ਆਸਤਾ ਮੇਰੇ ਗਾਹਕ ਬਣਨੇ ਸ਼ੁਰੂ ਹੋਏ ਤੇ ਮੇਰਾ ਕੰਮ ਜਿਹੜਾ ਬੇਸ਼ੁਮਾਰ ਹੋ ਗਿਆ। ਸਾਰੇ ਇਲਾਕੇ ਨੂੰ ਪਤਾ ਲੱਗ ਗਿਆ ਕਿ ਇਹਦਾ ਇੱਕ ਰੈਸਟੋਰੈਂਟ ਹੈ। ਕਹਿੰਦਾ ਜਿਸ ਵੇਲੇ ਉਹ ਰੈਸਟੋਰੈਂਟ ਠੀਕ ਚੱਲ ਗਿਆ, ਮੈਂ ਉੱਥੇ 7-8 ਬੰਦੇ ਰੱਖੇ ਸੀ। ਉਸ ਤੋਂ ਬਾਅਦ ਕਹਿੰਦਾ ਮੈਂ ਫਿਰ ਇੱਕ ਹੋਰ ਰੈਸਟੋਰੈਂਟ ਉੱਥੇ ਨਾਲ ਹੀ ਪਰਾਂ ਬਣਾ ਲਿਆ। ਕਹਿੰਦਾ ਉਹ ਵੀ ਮਾਸ਼ਾਅੱਲਾ ਠੀਕ ਚੱਲਣ ਲੱਗ ਪਿਆ, ਉਸੇ ਨਾਂ ਦਾ ਕਹਿੰਦਾ ਮੈਂ ਬਣਾਇਆ। ਉਸ ਤੋਂ ਬਾਅਦ ਕਹਿੰਦਾ ਮੈਨੂੰ ਕਿਸੇ ਨੇ ਮਸ਼ਵਰਾ ਦਿੱਤਾ ਕਿ ਫਲਾਣੀ ਜਗ੍ਹਾ ਤੇ ਇੱਕ ਹੋਰ ਰੈਸਟੋਰੈਂਟ ਜਿਹੜਾ ਬੰਦਾ ਛੱਡਦਾ ਪਿਆ, ਅਗਰ ਤੂੰ ਲੈਣਾ ਤੇ ਉਹ ਲੈ ਲੈ। ਕਹਿੰਦਾ ਇਸ ਤਰ੍ਹਾਂ ਕਰਕੇ ਮੈਂ 10 ਰੈਸਟੋਰੈਂਟ ਬਣਾ ਲਏ ਤੇ ਕਹਿੰਦਾ ਮੇਰੇ ਕੋਲ ਜਿਹੜਾ 60 ਬੰਦੇ ਕੰਮ ਕਰਦੇ ਸੀ। ਕਹਿੰਦਾ ਇਤਨਾ ਜ਼ਿਆਦਾ ਮੇਰਾ ਕੰਮ ਚੱਲਦਾ ਸੀ ਪਿਆ। ਕਹਿੰਦਾ ਮੈਂ ਬੜਾ ਖੁਸ਼ ਹਾਂ। ਜ਼ਾਹਰੀ ਗੱਲ ਹੈ, ਕਹਿੰਦਾ ਸਾਰੀਆਂ ਜਗ੍ਹਾ ਤੇ ਮੈਂ ਡਿਊਟੀ ਨਹੀਂ ਸੀ ਦੇ ਸਕਦਾ। ਕਹਿੰਦਾ ਫਿਰ ਮੈਂ ਇੱਕ ਦਫ਼ਤਰ ਬਣਾਇਆ ਸੀ ਇੱਕ ਸਾਈਡ ਤੇ, ਕਾਫੀ ਸੋਹਣਾ। ਕਹਿੰਦਾ ਉੱਥੇ ਬੰਦੇ ਮੇਰੇ ਕੋਲ ਆਉਂਦੇ ਸੀ, ਆ ਕੇ ਗੱਪਸ਼ਪ ਵੀ ਲਾਉਂਦੇ ਸੀ। ਕਹਿੰਦਾ ਬਹਿ ਕੇ ਕਾਫੀ ਟਾਈਮ ਗੁਜ਼ਾਰਦੇ ਸੀ ਤੇ ਕਹਿੰਦਾ ਮੈਂ ਬੜੇ ਬੰਦਿਆਂ ਦੀ ਮਦਦ ਵੀ ਕਰਦਾ ਸਾਂ। ਕਹਿੰਦਾ ਇਸ ਤਰ੍ਹਾਂ ਹੋਇਆ ਕਿ ਇੱਕ ਦਿਨ ਮੈਂ ਆਪਣਾ ਜਿਹੜਾ ਪਹਿਲਾ ਰੈਸਟੋਰੈਂਟ ਬਣਾਇਆ ਨਾ, ਕਹਿੰਦਾ ਉੱਥੇ ਮੈਂ ਮੁੰਡਾ ਛੱਡਿਆ ਸੀ ਕਾਊਂਟਰ ਤੇ, ਉਹ ਹੀ ਪੈਸਿਆਂ ਦਾ ਹਿਸਾਬ ਕਿਤਾਬ ਕਰਦਾ ਸੀ। ਕਹਿੰਦਾ ਇੰਜ ਮੈਂ ਅੰਦਰ ਬੈਠਿਆ ਸਾਂ ਕਾਊਂਟਰ ਤੇ ਕਹਿੰਦਾ ਆ ਕੇ ਮੈਨੂੰ ਆਦਾ ਕਿ ਭਾਈ ਇੱਕ ਮੁੰਡਾ ਜਿਹੜਾ ਤੁਹਾਨੂੰ ਮਿਲਣਾ ਚਾਹੁੰਦਾ। ਕਹਿੰਦਾ ਮੈਂ ਕਿਹਾ ਕਿਹੜਾ ਮੁੰਡਾ ਮਿਲਣਾ ਚਾਹੁੰਦਾ? ਇਹ ਭਾਈ ਉਹ ਰੋਜ਼ਾਨਾ ਮੇਰੇ ਕੋਲ ਆ ਕੇ ਕੰਮ ਦਾ ਪੁੱਛਦਾ ਤੇ ਮੈਨੂੰ ਕਹਿੰਦਾ ਕਿ ਮੈਨੂੰ ਮਾਲਕ ਨਾਲ ਮਿਲਾਓ। ਮੈਂ ਉਹਨੂੰ ਆਖਿਆ ਕਿ ਤੂੰ ਇਸ ਤਰ੍ਹਾਂ ਵੈਬਸਾਈਟ ਤੇ ਜਾ, ਉੱਥੇ ਜਾ ਕੇ ਨੌਕਰੀ ਅਪਲਾਈ ਕਰ ਤੇ ਜ਼ਰੂਰ ਤੇਰਾ ਕੰਮ ਹੋ ਜਾਏਗਾ। ਕਹਿੰਦਾ ਅਪਲਾਈ ਕੀਤਾ ਲੇਕਿਨ ਉੱਥੋਂ ਕੋਈ ਜਵਾਬ ਨਹੀਂ ਆਇਆ। ਕਹਿੰਦਾ ਅਗਰ ਜਵਾਬ ਨਹੀਂ ਆਇਆ ਜ਼ਾਹਰੀ ਗੱਲ ਹੈ ਸਾਡੇ ਕੋਲ ਜਗ੍ਹਾ ਕੋਈ ਨਹੀਂ ਹੈ ਤੇ ਤੈਨੂੰ ਜਵਾਬ ਨਹੀਂ ਆਇਆ। ਨਹੀਂ ਭਾਈ ਤੁਸੀਂ ਮੇਰੀ ਮੁਲਾਕਾਤ ਕਰਾਓ। ਕਹਿੰਦਾ ਮੈਂ ਅੰਦਰ ਜਾ ਕੇ ਦਫ਼ਤਰ ਬਹਿ ਗਿਆ। ਮੈਂ ਕਿਹਾ ਚੱਲ ਉਹਨੂੰ ਟੋਰ ਹਜ਼ਰਾ। ਕਹਿੰਦਾ ਜਿਸਲੇ ਉਹ ਆਇਆ ਤੇ ਇੰਜ ਹੱਥ ਬੰਨ ਕੇ ਮੇਰੇ ਅੱਗੇ ਖਲੋ ਰਿਹਾ ਸਲਾਮ ਅਲੈਕਮ ਕਰਕੇ। ਕਹਿੰਦਾ ਮੈਂ ਕਿਹਾ ਵਾਲੇਕਮ ਸਲਾਮ। ਕਹਿੰਦਾ ਮੈਂ ਕਿਹਾ ਬਹਿ ਜਾ ਤੂੰ ਇਸ ਤਰ੍ਹਾਂ ਜਿਹੜਾ ਮੇਰੇ ਅੱਗੇ ਨੌਕਰਾਰ ਜਿਹੜਾ ਖਲੋ ਰਿਹਾ, ਤੂੰ ਬਹਿ ਜਾ ਥੱਲੇ। ਕਹਿੰਦਾ ਬਿਠਾਇਆ, ਮੁੰਡੇ ਨੂੰ ਆਖਿਆ ਲੈ ਕੇ ਆਓ ਇਹਦੇ ਵਾਸਤੇ ਬੋਤਲ। ਕਹਿੰਦਾ ਬੋਤਲ ਪੀਣ ਲੱਗ ਪਿਆ ਬਹਿ ਕੇ। ਕਹਿੰਦਾ ਮੈਂ ਉਹਨੂੰ ਪੁੱਛਿਆ ਹਾਂ ਦੱਸ ਕੀ ਮਸਲਾ ਹੈ? ਇਸ ਤਰ੍ਹਾਂ ਭਾਈ ਮੈਨੂੰ ਕੰਮ ਚਾਹੀਦਾ, 3 ਸਾਲ ਹੋ ਗਏ ਨੇ ਮੈਂ ਕੰਮ ਨਹੀਂ ਕੀਤਾ, ਮੈਨੂੰ ਮਿਹਰਬਾਨੀ ਕਰਕੇ ਕੰਮ ਤੇ ਰੱਖ ਲਓ, ਮੈਨੂੰ ਬੜੀ ਜ਼ਰੂਰਤ ਹੈ, ਪਿੱਛੇ ਮੈਂ ਖਰਚਾ ਵੀ ਨਹੀਂ ਤੋਰਦਾ ਪਿਆ, ਮੈਨੂੰ ਤੇ ਇੱਥੇ ਜਿਹੜਾ ਕਿਰਾਇਆ ਦੇਣਾ ਵੀ ਮੇਰੇ ਵਾਸਤੇ ਮੁਸ਼ਕਲ ਹੋਏ ਹੈ। ਕਹਿੰਦਾ ਮੈਂ ਕਿਹਾ ਯਾਰ ਮੇਰੇ ਕੋਲ ਤੇ ਫਿਲਹਾਲ ਕੰਮ ਕੋਈ ਨਹੀਂ ਹੈ, ਅਗਰ ਜਿਸ ਵੇਲੇ ਕੰਮ ਹੋਵੇਗਾ ਫਿਰ ਮੈਂ ਤੈਨੂੰ ਬੁਲਾ ਲਾਂਗਾ। ਕਹਿੰਦਾ ਉਹਨੇ ਹੱਥ ਬੰਨਣੇ ਸ਼ੁਰੂ ਕਰ ਦਿੱਤੇ ਕਿ ਭਾਈ ਮਿਹਰਬਾਨੀ ਹੈ ਤੁਸੀਂ ਕਿਧਰੇ ਮੈਨੂੰ ਉਡਾ ਲਓ, ਆਸਤਾ ਆਸਤਾ ਜਿਹੜਾ ਮੇਰੀ ਤਨਖਾਹ ਵੀ ਜ਼ਿਆਦਾ ਕਰ ਦਿਓ, ਫਿਲਹਾਲ ਜਿਹੜਾ ਮੈਨੂੰ ਤੁਸੀਂ ਕੰਮ ਤੇ ਰੱਖੋ। ਕਹਿੰਦਾ ਮੈਂ ਉੱਠਿਆ ਫਟਾਫਟ ਜਿਹੜਾ ਮੁੰਡਾ ਕਾਊਂਟਰ ਤੇ ਖਲਾਇਆ ਸੀ ਮੈਂ ਉਹਦੇ ਕੋਲ ਗਿਆ। ਕਹਿੰਦਾ ਮੈਂ ਕਿਹਾ ਯਾਰ ਗੱਲ ਸੁਣ, ਮੇਰਾ ਦਿਲ ਕਰ ਆਇਆ ਕਿ ਇਹਨੂੰ ਮੈਂ ਕੰਮ ਤੇ ਰੱਖ ਲਾਂ ਤੇ ਤੂੰ ਇਹ ਦੱਸ ਕੇ ਇੱਥੇ ਤੇਰੇ ਕੋਲ ਗੁੰਜਾਇਸ਼ ਹੈ ਵੈ? ਕਹਿੰਦਾ ਹੋਰ ਤੇ ਗੁੰਜਾਇਸ਼ ਕੋਈ ਨਹੀਂ, ਇੰਜ ਹੈ ਵੈ ਕਿ ਸ਼ਾਮੀ ਜਿਹੜਾ ਇਹ ਆਵੇ ਕਰੇ ਤੇ ਆ ਕੇ ਸਾਰੀਆਂ ਪਲੇਟਾਂ ਜਿਹੜੀਆਂ ਨੇ ਉਹ ਇਹ ਧੋ ਦੇ ਕਰੇ, ਮਸ਼ੀਨ ਚੋਂ ਕੱਢ ਕੇ ਟਾਕੀ ਸ਼ਾਕੀ ਮਾਰ ਕੇ ਸੁਕਾ ਕੇ ਤੇ ਉੱਤੇ ਸਾਈਡ ਤੇ ਰੱਖ ਦੇ ਕਰੇ। ਕਹਿੰਦਾ ਮੈਂ ਕਿਹਾ ਚੱਲ ਗੁੰਜਾਇਸ਼ ਤੇ ਹੈ ਨਾ? ਕਹਿੰਦਾ ਬਿਲਕੁਲ ਗੁੰਜਾਇਸ਼ ਹੈ, ਬਣ ਜਾਏਗੀ। ਕਹਿੰਦਾ ਮੈਂ ਉਹਨੂੰ ਆਖਿਆ ਠੀਕ ਹੈ ਤੂੰ ਇੰਜ ਕਰ, ਕੱਲ ਸਵੇਰ ਤੂੰ ਜਿਹੜਾ ਨਾ ਇੱਥੇ ਕੰਮ ਤੇ ਆ ਜੀ, ਤੈਨੂੰ ਸਾਰਾ ਇਹ ਕੰਮ ਸਮਝਾ ਦੇ। ਕਹਿੰਦਾ ਨਹੀਂ ਭਾਈ ਮੈਂ ਅੱਜ ਤੋਂ ਹੀ ਕੰਮ ਕਰਨਾ ਸ਼ੁਰੂ ਕਰਨਾ, ਇਸ ਵਾਰ ਤੁਸੀਂ ਮੈਨੂੰ ਅੱਜ ਹੀ ਕਰਨ ਦਿਓ। ਕਹਿੰਦਾ ਮੈਂ ਕਿਹਾ ਚੱਲ ਸਹੀ ਹੈ, ਤੂੰ ਜਾ ਕੇ ਉਹਦੇ ਨਾਲ ਗੱਲ ਕਰ ਲੈ ਤੇ ਬਾਕੀ ਜਿਹੜੀ ਵੀ ਕਰਨੀ ਹੈ, ਲੇਕਿਨ ਇੱਕ ਮੇਰੀ ਗੱਲ ਯਾਦ ਰੱਖੀ, ਪਹਿਲਾ ਮਹੀਨਾ ਮੈਂ ਤੈਨੂੰ ਤਨਖਾਹ ਕੋਈ ਨਹੀਂ ਦੇਣੀ ਜਿੰਨੀ ਦੇਰ ਤੱਕ ਤੈਨੂੰ ਕੰਮ ਦੀ ਸਮਝ ਨਹੀਂ ਆਉਣੀ। ਰੈਸਟੋਰੈਂਟ ਦਾ ਕੰਮ ਐਡਾ ਸੌਖਾ ਨਹੀਂ। ਉਹ ਕਹਿੰਦਾ ਭਾਈ ਮੈਨੂੰ ਕੋਈ ਮਸਲਾ ਨਹੀਂ, ਤੁਸੀਂ ਮੈਨੂੰ ਅਗਲੇ ਮਹੀਨੇ ਤੋਂ ਤਨਖਾਹ ਦੇ ਦਿਓ। ਕਹਿੰਦਾ ਇਸ ਤਰ੍ਹਾਂ ਆਇਆ, ਮੈਂ ਫਿਰ ਟੁਰ ਗਿਆ। ਕਹਿੰਦਾ ਮੈਂ ਕਿਹਾ ਚਲੋ ਕੋਈ ਨਹੀਂ, ਮਸਲਾ ਭਲਾ ਹੋਣਾ ਚਾਹੀਦਾ। ਕਹਿੰਦਾ ਅੱਗੋਂ ਨੇ ਕੰਮ ਸ਼ੁਰੂ ਕਰ ਦਿੱਤਾ। ਕਹਿੰਦਾ ਉਹ ਇਸ ਤਰ੍ਹਾਂ ਕਰਦਾ ਸੀ ਕੰਮ, ਜਿਹੜਾ ਅੰਦਰ ਕਿਚਨ 'ਚ ਹੈ ਨਾ ਉਹ ਸਾਰੀਆਂ ਪਲੇਟਾਂ ਸ਼ਾਮੀ ਜਿਹੜਾ ਸਾਰੀਆਂ ਧੋ ਕੇ ਟਾਕੀ ਸ਼ਾਕੀ ਮਾਰ ਕੇ ਸੁਕਾ ਕੇ ਕਿਚਨ 'ਚ ਜਿਹੜਾ ਕੰਮ ਰਹਿੰਦਾ ਸੀ। ਕਹਿੰਦਾ ਕੈਮਰਿਆਂ 'ਚ ਸਾਰਾ ਕੋਈ ਨਜ਼ਰ ਆਉਂਦਾ ਸੀ ਕਿ ਕੌਣ ਕੰਮ ਕਰ ਰਿਹਾ। ਕਹਿੰਦਾ ਮੁੰਡਾ ਤੱਕਦਾ ਸੀ, ਮੈਨੂੰ ਕਾਲ ਕਰਕੇ ਆਦਾ ਕਿ ਭਾਈ ਬੜਾ ਚੰਗਾ ਮੁੰਡਾ ਹੈ, ਬੜੀ ਮਿਹਨਤ ਨਾਲ ਕੰਮ ਕਰਦਾ, ਹੋਰ ਛੱਡ ਕੇ ਬਾਹਰ ਆ ਕੇ ਕਾਊਂਟਰ ਤੋਂ ਵੀ ਅੱਗੋਂ ਪਿੱਛੋਂ ਸਫਾਈ ਕਰਦਾ। ਮੈਂ ਕਿਹਾ ਚਲੋ ਕੋਈ ਨਹੀਂ ਮਸਲਾ। ਕਹਿੰਦਾ ਮੈਂ ਦਿਮਾਗ ਤੇ ਇਹ ਸੋਚਿਆ ਸੀ ਕਿ ਇਹਨੂੰ ਜਿਹੜਾ ਨਾ ਮੈਂ ਇਸ ਵਾਰੀ ਤਨਖਾਹ ਦੇ ਦੇਣੀ ਹੈ, ਕੋਈ ਨਹੀਂ ਮਸਲਾ। ਮੈਂ ਇਹਨੂੰ ਜੇ ਆਖਿਆ ਲੇਕਿਨ ਦੇਖਣਾ ਮੈਂ ਇਹ ਚਾਹੁੰਦਾ ਸੀ ਕਿ ਕੰਮ ਕਰਦਾ ਜਾਂ ਨਹੀਂ ਕਰਦਾ। ਕਹਿੰਦਾ ਇਹ ਤਨਖਾਹ ਨੂੰ ਕੋਈ 2-4 ਦਿਹਾੜੇ ਰਹਿੰਦੇ ਸੀ, ਦੂਸਰੇ ਮੁੰਡਿਆਂ ਨੂੰ ਜ਼ਾਹਰੀ ਗੱਲ ਹੈ ਕਹਿੰਦਾ ਮੈਂ ਤਨਖਾਹਾਂ ਦੇਣਾ। ਕਹਿੰਦਾ ਅੱਗੋਂ ਉਹਨਾਂ ਨੂੰ ਪੁੱਛਦਾ ਕਿ ਤੇਰੀ ਕਿੰਨੀ ਤਨਖਾਹ ਹੈ? ਕਿਚਨ 'ਚ ਜਿਹੜਾ ਉਹ ਲੱਗੇ ਹੈ ਕੁਕਿੰਗ ਕਰਦਾ ਉਹਨੂੰ ਪੁੱਛਦਾ ਤੇਰੀ ਕਿੰਨੀ ਤਨਖਾਹ ਹੈ? ਕਹਿੰਦਾ ਜਿਹੜਾ ਕਾਊਂਟਰ ਤੇ ਮੋੜਾ ਖਲਾਇਆ ਉਹਦੇ ਕੋਲ ਵੀ ਪੁੱਛੀ ਉਸ ਕਿ ਭਾਈ ਤੁਹਾਡੀ ਕਿਤਨੀ ਤਨਖਾਹ ਹੈ? ਕਹਿੰਦਾ ਮੋੜਾ ਮੈਨੂੰ ਆਂਦਾ ਕਿ ਭਾਈ ਇਹ ਤੇ ਸਾਰਿਆਂ ਦਾ ਇੰਟਰਵਿਊ ਲੈਣ ਲੱਗ ਪਿਆ ਕਿ ਤੇਰੀ ਕਿਤਨੀ ਤਨਖਾਹ ਹੈ, ਤੇਰੀ ਕਿਤਨੀ ਤਨਖਾਹ ਹੈ। ਕਹਿੰਦਾ ਇਸ ਤਰ੍ਹਾਂ ਕਰਕੇ ਉਹ ਗੱਲਾਂ ਪਿਆ ਕਰਦਾ। ਕਹਿੰਦਾ ਕੋਈ ਨਹੀਂ ਮਸਲਾ, ਜ਼ਾਹਿਰੀ ਗੱਲ ਹੈ ਉਹਨੂੰ ਕਿਤੇ ਤਨਖਾਹ ਨਹੀਂ ਲੱਭੀ, ਇਸ ਵਾਸਤੇ ਉਹ ਸੋਚਦਾ ਪਿਆ ਕਿ ਮੈਨੂੰ ਕਿਤਨੀ ਲੱਭੇਗੀ।
ਕਹਿੰਦਾ ਬਹਰਾਲ ਜਿਸਲੇ ਪਹਿਲੀ ਆਈ ਸਾਰਿਆਂ ਨੂੰ ਤਨਖਾਹਾਂ ਮਿਲ ਗਈਆਂ। ਕਹਿੰਦਾ 3-4 ਤਰੀਕ ਮੈਂ ਸੋਚਿਆ ਸੀ ਇਹਨੂੰ ਮੈਂ ਤਨਖਾਹ ਦਿਆਂਗਾ। ਕਹਿੰਦਾ ਜਿਸਲੇ 2 ਤਰੀਕ ਹੋਈ ਨਾ, ਕਾਊਂਟਰ ਵਾਲੇ ਨੂੰ ਕਹਿੰਦਾ ਕਿ ਭਾਈ ਮੈਨੂੰ ਥੋੜੇ ਧਾਰੇ ਪੈਸੇ ਚਾਹੀਦੇ ਨੇ, ਮੈਂ ਪਾਕਿਸਤਾਨ ਭੇਜਣੇ। ਉਹਨੇ ਕਿਹਾ ਯਾਰ ਮੈਨੂੰ ਤੇ ਆਪੂ ਤਨਖਾਹ ਲੱਭਦੀ ਹੈ, ਮੈਂ ਤੇ ਨਹੀਂ ਤੈਨੂੰ ਪੈਸੇ ਦੇ ਸਕਦਾ, ਤੂੰ ਕੋਸ਼ਿਸ਼ ਕਰ ਮਾਲਕ ਨਾਲ ਗੱਲ ਕਰ ਲੈ, ਜੇ ਤੈਨੂੰ ਦਿੰਦਾ ਹੈ ਤੇ। ਕਹਿੰਦਾ ਉਹਨੇ ਮੈਨੂੰ ਕਾਲ ਕੀਤੀ, ਕਹਿੰਦਾ ਇਸ ਤਰ੍ਹਾਂ ਭਾਈ ਜਿਹੜਾ ਨਾ ਮੈਨੂੰ ਪੈਸੇ ਚਾਹੀਦੇ ਨੇ ਤੇ ਤੁਸੀਂ ਮਿਹਰਬਾਨੀ ਕਰੋ ਮੇਰਾ ਅਗਲੀ ਵਾਰ ਜਿਹੜੀ ਤਨਖਾਹ ਦਿਓਗੇ ਉਹਦੇ ਚੋਂ ਕੱਟ ਲਿਓ। ਕਹਿੰਦਾ ਮੈਂ ਕਿਹਾ ਕਿੰਨੇ ਚਾਹੀਦੇ ਨਹੀਂ? ਇਹ ਭਾਈ ਤੁਸੀਂ ਮੈਨੂੰ 400-500 ਯੂਰੋ ਦੇ ਦਿਓ। ਉਹਨੇ ਆਖਿਆ ਠੀਕ ਹੈ, ਮੈਂ ਉਹਨੂੰ ਆਖਣਾ ਤੈਨੂੰ 600 ਯੂਰੋ ਸ਼ਾਮੀ ਦੇ ਦੇਗਾ, ਤੂੰ ਲੈ ਲਈ ਕੋਈ ਮਸਲਾ ਨਹੀਂ। ਕਹਿੰਦਾ ਉਹ ਜਿਹੜਾ ਉਹਨੂੰ 600 ਯੂਰੋ ਮੈਂ ਦਵਾ ਦਿੱਤਾ। ਕਹਿੰਦਾ ਜਿਸ ਵੇਲੇ 600 ਯੂਰੋ ਉਹਨੂੰ ਲੱਭ ਗਿਆ, ਕਹਿੰਦਾ ਬੜਾ ਖੁਸ਼ ਹੋ ਗਿਆ। ਕਹਿੰਦਾ ਦੂਸਰੇ ਦਿਨ ਕੰਮ ਤੇ ਹੀ ਕੋਣ ਆਇਆ। ਕਹਿੰਦਾ ਅੱਗੋਂ ਉਹ ਮੁੰਡੇ ਨੇ ਮੈਨੂੰ ਕਾਲ ਕੀਤੀ, ਭਾਈ ਤਨਖਾਹ ਲੈ ਗਿਆ, ਅੱਗੋਂ ਉਹ ਕੰਮ ਤੇ ਨਹੀਂ ਆਇਆ। ਕਹਿੰਦਾ ਮੈਂ ਉਹਨੂੰ ਕਾਲ ਕੀਤੀ ਕਿ ਇਸ ਤਰ੍ਹਾਂ ਤੂੰ ਕੰਮ ਤੇ ਨਹੀਂ ਆਇਆ? ਨਹੀਂ ਭਾਈ ਮੇਰੀ ਤਬੀਅਤ ਖਰਾਬ ਹੋ ਗਈ ਸੀ, ਇਸ ਵਜ੍ਹਾ ਤੋਂ ਮੈਂ ਨਹੀਂ ਆਇਆ ਸੁਬਾਹ, ਲੇਕਿਨ ਮੈਂ ਜ਼ਰੂਰ ਕੰਮ ਤੇ ਜਾਵਾਂਗਾ। ਚਲੋ ਸਹੀ ਹੈ। ਕਹਿੰਦਾ ਜਦੋਂ ਵੀ ਛੁੱਟੀ ਕਰੇ ਲਾਜ਼ਮੀ ਦੱਸ ਦਿਆ ਕਰ, ਇਹ ਨਾ ਹੋਵੇ ਬਾਅਦ ਚ ਮਸਲਾ ਬਣ ਜੇ। ਬਹਰਾਲ ਕਹਿੰਦਾ ਉਹ ਦੂਸਰੇ ਦਿਨ ਕੰਮ ਤੇ ਟੁਰ ਗਿਆ ਉੱਤੇ। ਕਹਿੰਦਾ ਆ ਕੇ ਕੰਮ ਕਰਨਾ ਸ਼ੁਰੂ ਕਰਤਾ। ਕਹਿੰਦਾ ਉਹ ਇਸ ਤਰ੍ਹਾਂ ਕਰਦਾ ਸੀ, ਕੈਮਰੇ 'ਚ ਆਸਤਾ ਆਸਤਾ ਉਹਨਾਂ ਤੱਕਣਾ ਛੱਡ ਦਿੱਤਾ ਕਿ ਕੀ ਕੰਮ ਕਰ ਰਿਹਾ। ਕਹਿੰਦਾ ਉਹਨੂੰ ਵੀ ਸਾਰੀ ਗੱਲ ਦੀ ਸਮਝ ਆ ਗਈ ਸੀ, ਉਹਨੂੰ ਮੁੰਡਾ ਪੜ੍ਹਿਆ ਲਿਖਿਆ ਸੀ। ਕਹਿੰਦਾ ਇਸ ਤਰ੍ਹਾਂ ਹੋਇਆ ਕਿ ਉਹਨੇ ਪਲੇਟਾਂ ਜਿਹੜੀਆਂ ਨਾ ਵਿੱਚੋਂ ਢੇਰ ਸਾਰੀਆਂ ਜਿਹੜੀਆਂ ਕਹਿੰਦਾ ਬੜੀ ਬੜੀ ਮਹਿੰਗੀ ਪਲੇਟ ਰੱਖੀ ਸੀ। ਕਹਿੰਦਾ ਸਾਰੇ ਤੇ ਗੋਰੇ ਆਉਂਦੇ ਸੀ। ਕਹਿੰਦਾ ਸਾਰੀਆਂ ਪਲੇਟਾਂ ਦੀਆਂ ਕਈ ਕਰੈਕ ਹੋ ਗਈਆਂ, ਕਈਆਂ ਦੀਆਂ ਨੁਕਰਾਂ ਟੁੱਟ ਗਈਆਂ। ਕਹਿੰਦਾ ਉਹ ਤੇ ਅਸੀਂ ਕਿਸੇ ਦੇ ਅੱਗੇ ਰਾਹ ਨਹੀਂ ਸਕਦੇ। ਕਹਿੰਦਾ ਉਹ ਖਰਾਬ ਹੋ ਗਈਆਂ। ਕਹਿੰਦਾ ਤਕਰੀਬਨ 70-80 ਪਲੇਟਾਂ ਜਿਹੜੀਆਂ ਨੇ ਸਿਰਫ ਇਹਦੇ ਕੰਮ ਕਰਨ ਦੇ ਬਾਵਜੂਦ ਜਿਹੜਾ ਉਹ ਖਰਾਬ ਹੋ ਗਈਆਂ। ਬਹਰਾਲ ਕਹਿੰਦਾ ਫਿਰ ਵੀ ਮੈਂ ਕੋਈ ਨਾ ਕੋਈ ਗੱਲ ਆਖੀ, ਮੈਨੂੰ ਮੁੰਡੇ ਦੱਸਿਆ ਕਿ ਇਸ ਤਰ੍ਹਾਂ ਭਾਈ ਨੇ ਪਲੇਟਾਂ ਤੇ ਢੇਰ ਤਰੋੜ ਦਿੱਤੀਆਂ ਨੇ, ਮੈਨੂੰ ਆਖਿਆ ਵੀ ਆ ਕਿ ਆਸਤਾ ਰੱਖਿਆ ਕਰ। ਬਹਰਾਲ ਕਹਿੰਦਾ ਉਹ ਤੇ ਕੰਮ ਗੁਜ਼ਰ ਗਿਆ। ਕਹਿੰਦਾ ਉਸ ਤੋਂ ਬਾਅਦ ਇਹ 3 ਮਹੀਨੇ ਨੇ ਕੰਮ ਕੀਤਾ। ਕਹਿੰਦਾ ਇਹਦੀ ਮੈਂ ਸੈਲਰੀ ਫੁੱਲ ਕਰ ਦਿੱਤੀ। ਕਹਿੰਦਾ ਅੱਗੂ ਜਿਹੜਾ ਕਿਚਨ ਦਾ ਕੰਮ ਹੈ ਨਾ ਉਹ ਵੀ ਨਾਲ ਪੋਲਾ ਪੋਲਾ ਕਰਨ ਲੱਗ ਪਿਆ, ਥੋੜਾ ਇਹਨੂੰ ਕੰਮ ਸਮਝ ਆ ਗਈ। ਕਹਿੰਦਾ ਜਿਸ ਵੇਲੇ ਕੰਮ ਸਮਝ ਆਈ ਉਹ ਕਿਚਨ ਵਾਲਾ ਜਿਹੜਾ ਕਹਿੰਦਾ ਉਹ ਬਿਮਾਰ ਹੋ ਗਿਆ। ਕਹਿੰਦਾ ਮੈਂ ਇਹਨੂੰ ਆਖਿਆ ਅਗਰ ਤੈਨੂੰ ਕਿਚਨ ਦੇ ਕੰਮ ਦਾ ਪਤਾ ਹੈ ਤੇ ਠੀਕ ਹੈ, ਮੈਂ ਹੋਰ ਕਿਸੇ ਨੂੰ ਨਹੀਂ ਲਿਆਉਂਦਾ ਤੇ ਤੂੰ ਕੰਮ ਕਰ ਲੈ। ਕਹਿੰਦਾ ਠੀਕ ਹੈ ਭਾਈ ਮੈਂ ਕਰ ਲਾਂਗਾ। ਕਹਿੰਦਾ ਮੈਂ ਕਿਹਾ ਚਲੋ ਮਹੀਨਾ 2 ਕਰਦਾ ਨਾ, ਫਿਰ ਅੱਗੂ ਦੀ ਤਨਖਾਹ ਠੀਕ ਕਰ ਦਿਆਂਗਾ, ਚਲੋ ਦੂਸਰੇ ਨੂੰ ਜਿਹੜਾ ਦੂਜੀ ਜਗ੍ਹਾ ਟੋਰ ਦਿਆਂਗਾ, ਇਹ ਇੱਥੇ ਹੀ ਪਿਆ ਕੰਮ ਕਰੇਗਾ। ਕਹਿੰਦਾ ਲੇਕਿਨ ਇਹਨੇ ਇਹ ਮਹੀਨਾ ਕੀਤਾ, ਮਹੀਨੇ ਬਾਅਦ ਮੈਂ ਜਿਸ ਵੇਲੇ ਕਹਿੰਦਾ ਤਨਖਾਹ ਦਿੱਤੀ, ਕਹਿੰਦਾ ਭਾਈ ਮੈਂ ਤੇ ਹੁਣ ਕਿਚਨ ਦਾ ਕੰਮ ਨਹੀਂ ਕਰਦਾ ਵੀ ਇਹਦੀ ਮੇਰੀ ਤਨਖਾਹ ਫਾਲਤੂ ਨਹੀਂ ਹੋਣੀ। ਕਹਿੰਦਾ ਮੈਂ ਕਿਹਾ ਯਾਰ ਗੱਲ ਸੁਣ, ਇਹ ਮੇਰੀ ਮਰਜ਼ੀ ਹੈ, ਮੈਂ ਜਿਸ ਤਰ੍ਹਾਂ ਮਰਜ਼ੀ ਦਿਆ ਆਈਏ ਤਾਂ ਤੈਨੂੰ ਕੰਮ ਸਹਾਰਿਆ, ਇਹ ਤੂੰ ਐਂ ਦੀਆਂ ਗੱਲਾਂ ਨਾ ਕਰ। ਕਹਿੰਦਾ ਲੇਕਿਨ ਨਾ ਮੂੰਹ ਜਿਹਾ ਬਣਾ ਕੇ ਨਾ ਕਹਿੰਦਾ ਤਨਖਾਹ ਜਿਹੜੀ ਹੈ ਇਹਨੇ ਲੈ ਲਈ। ਕਹਿੰਦਾ ਬਹਰਾਲ ਉਸ ਤੋਂ ਬਾਅਦ 15-20 ਦਿਨ ਕੰਮ ਕੀਤੇ। ਉਸ ਕਹਿੰਦਾ ਆਸਤਾ ਆਸਤਾ ਇਹਨੇ ਦੁਕਾਨ 'ਚ ਜਿਹੜਾ ਰੈਸਟੋਰੈਂਟ 'ਚ ਨਾ ਚੀਜ਼ਾਂ ਚੁੱਕਣੀਆਂ ਸ਼ੁਰੂ ਕਰ ਦਿੱਤੀਆਂ, ਪੋਲੀਆਂ ਪੋਲੀਆਂ। ਕਹਿੰਦਾ ਕਦੇ ਕੋਈ ਚੀਜ਼ ਚੁੱਕ ਕੇ ਲੈ ਜੇ, ਕਦੇ ਕੋਈ ਚੁੱਕ ਕੇ ਲੈ ਜੇ। ਕਹਿੰਦਾ ਲੇਕਿਨ ਉਹ ਮੁੰਡੇ ਨੂੰ ਸਾਰਾ ਪਤਾ ਸੀ, ਜਿਹੜਾ ਕਹਿੰਦਾ ਮੈਂ ਕਾਊਂਟਰ ਤੇ ਖਿਲਾਇਆ ਜ਼ਾਹਿਰੀ ਗੱਲ ਹੈ ਮੇਰੇ ਪੂਰੇ ਇਤਮਾਦ ਦਾ ਸੀ ਤੇ ਤਾਂ ਹੀ ਮੈਂ ਖਿਲਾਇਆ। ਕਹਿੰਦਾ ਕਦੇ ਉਹਨੇ ਹੱਥ 'ਚ ਕੋਕ ਫੜਿਆ ਹੋਣਾ, ਕਦੇ ਕੋਈ ਚੀਜ਼ ਫੜੀ ਹੋਣੀ, ਕੋਈ ਬੈਗ 'ਚ ਚੀਜ਼ਾਂ ਪਾ ਲੈਣੀਆਂ, ਕੋਈ ਇਸ ਤਰ੍ਹਾਂ ਪਿਆਜ਼ ਟਮਾਟਰ ਜਿਹੜਾ ਕਹਿੰਦਾ ਕੋਈ ਨਾ ਕੋਈ ਉਹ ਚੀਜ਼ ਲੈ ਹੀ ਜਾਂਦਾ ਸੀ। ਬਹਰਾਲ ਕਹਿੰਦਾ ਉਹਨੇ ਮੈਨੂੰ ਦੱਸਿਆ ਕਿ ਭਾਈ ਇਹ ਬੰਦਾ ਠੀਕ ਨਹੀਂ ਹੈ, ਇਹ ਬੰਦਾ ਜਿਹੜਾ ਨਾ ਇਹ ਚੋਰੀਆਂ ਕਰਦਾ ਤੇ ਇਹਨੂੰ ਜਿਹੜਾ ਨਾ ਤੂੰ ਕੱਢਣ ਵਾਲੀ ਗੱਲ ਕਰੋ। ਉਹਨੇ ਸਾਰੇ ਪ੍ਰੂਫ ਵੀ ਕਹਿੰਦਾ ਮੈਨੂੰ ਦਿੱਤੇ। ਕਹਿੰਦਾ ਮੈਂ ਫਿਰ ਆ ਗਿਆ ਦਫ਼ਤਰ। ਕਹਿੰਦਾ ਉਹਨੂੰ ਮੈਂ ਬੁਲਾਇਆ, ਮੈਂ ਕਿਹਾ ਇੱਧਰ ਆ। ਕਹਿੰਦਾ ਜਿਸ ਵੇਲੇ ਆਇਆ ਮੇਰੇ ਕੋਲ ਆ ਕੇ ਮੈਨੂੰ ਕਹਿੰਦਾ ਕਿ ਇਸ ਤਰ੍ਹਾਂ ਜਿਹੜਾ ਕਹਿੰਦਾ ਮੈਂ ਉਹਨੂੰ ਪੁੱਛਿਆ ਕਿ ਤੂੰ ਜਿਹੜਾ ਇਸ ਤਰ੍ਹਾਂ ਚੋਰੀਆਂ ਕਰਨੇ। ਕਹਿੰਦਾ ਨਹੀਂ ਭਾਈ ਮੈਂ ਚੋਰੀਆਂ ਕਿਉਂ ਕਰਨੀਆਂ ਨੇ, ਅੱਲਾ ਮਾਫ ਕਰੇ, ਮੈਂ ਆਪਣੀ ਇਮਾਨਦਾਰੀ ਦਾ ਖਾਨਾ। ਬਹਰਾਲ ਕਹਿੰਦਾ ਉਹ ਮੰਨੇ ਕੋਣ ਇਸ ਗੱਲ ਨੂੰ। ਕਹਿੰਦਾ ਜਿਸ ਵੇਲੇ ਉਹਨੂੰ ਮੈਂ ਵੀਡੀਓ ਤਕਾਈਆਂ ਨਾ, ਮੈਂ ਤੱਕ ਵੀਡੀਓ ਸਾਰੀਆਂ। ਕਹਿੰਦਾ ਜਿਸ ਵੇਲੇ ਵੀਡੀਓ ਤੱਕ ਕੇ ਨਾ ਤਾਂ ਬੜਾ ਸ਼ਰਮਿੰਦਾ ਆਇਆ, ਨਹੀਂ ਭਾਈ ਮੈਨੂੰ ਟਮਾਟਰ 2 ਕਾਰ ਲੈ ਗਿਆ ਸਾਂ, ਫੇਰ ਕੀ ਹੈ। ਕਹਿੰਦਾ ਫੇਰ ਵੀ ਉਹ ਪੈਰਾਂ ਤੇ ਪਾਣੀ ਨਾ ਪੈਣ ਦੇ। ਬਹਰਾਲ ਕਹਿੰਦਾ ਮੈਂ ਕਿਹਾ ਗੱਲ ਸੁਣ, ਇਸ ਮਹੀਨੇ ਤੂੰ ਕੰਮ ਕਰਨਾ, ਇਸ ਤੋਂ ਬਾਅਦ ਜਿਹੜਾ ਮੇਰੇ ਕੋਲ ਤੇਰੇ ਵਾਸਤੇ ਕੰਮ ਕੋਈ ਨਹੀਂ ਹੈ। ਕਹਿੰਦਾ ਮੈਂ ਕਿਹਾ ਤੇ ਸੈਨ ਕਰ ਕਿ ਤੂੰ ਅੱਗੋਂ ਕੰਮ ਕਿਧਰੇ ਹੋਰ ਢੂੰਡੇਗਾ। ਕਹਿੰਦਾ ਨਹੀਂ ਭਾਈ ਮੈਂ ਸੋਚਾਂਗਾ ਸੈਨ ਕਰਨ ਦੇ ਬਾਰੇ 'ਚ। ਕਹਿੰਦਾ ਉਹਨੇ ਸੈਨ ਕੋਨਾ ਕੀਤੇ। ਕਹਿੰਦਾ ਮੈਂ ਆਖਿਆ ਠੀਕ ਹੈ ਜਿਸ ਤਰ੍ਹਾਂ ਤੇਰੀ ਮਰਜ਼ੀ, ਲੇਕਿਨ ਤੂੰ ਜਿਹੜਾ ਨਾ 20 ਦਿਨਾਂ ਦੇ ਅੰਦਰ ਅੰਦਰ ਜਿਹੜਾ ਨਾ ਇੱਥੋਂ ਕੰਮ ਤੇਰਾ ਖਤਮ ਹੈ। ਕਹਿੰਦਾ ਜਿਸ ਵੇਲੇ ਮੈਂ ਆਖਿਆ ਕਹਿੰਦਾ ਚੁੱਪ ਕਰਕੇ ਟੁਰ ਗਿਆ, ਠੀਕ ਹੈ ਕੋਈ ਮਸਲਾ ਨਹੀਂ। ਕਹਿੰਦਾ ਉਹ ਬੰਦਾ ਹੀ ਨਹੀਂ ਸੀ ਲੱਗਦਾ ਜਿਹੜਾ ਮੇਰੇ ਕੋਲ ਪਹਿਲੇ ਦਿਨ ਆਇਆ ਸੀ। ਕਹਿੰਦਾ ਮੈਂ ਚਲੋ ਠੀਕ ਹੈ ਦੇਖੀ ਜਾਏਗੀ। ਕਹਿੰਦਾ ਪਰ ਮੈਂ ਥੋੜਾ ਜਿਹਾ ਪਰੇਸ਼ਾਨ ਹੋ ਗਿਆ। ਕਹਿੰਦਾ ਉਹਨੂੰ ਸਾਡੀ ਸਾਰੀਆਂ ਲੁਚਕੁਚੀਆਂ ਦਾ ਪਤਾ ਲੱਗ ਗਿਆ ਸੀ ਕਿ ਅਸੀਂ ਕਿਸ ਤਰ੍ਹਾਂ ਸਮਾਨ ਲੈਂਦੇ ਹਾਂ, ਕਿਸ ਤਰ੍ਹਾਂ ਪੈਸਿਆਂ ਦਾ ਹਿਸਾਬ ਹੈ। ਕਹਿੰਦਾ ਸਾਰੀ ਗੱਲ ਨਾ ਉਹ ਇਸ ਤਰ੍ਹਾਂ ਕਰਦਾ ਤੇ ਸਾਰੀ ਸਮਝਦਾ ਸੀ ਮੇਰੇ ਕੋਲੋਂ, ਉਹਨੂੰ ਪਤਾ ਸੀ ਕਿ ਇਹਨਾਂ ਨੇ ਕਿਸ ਤਰ੍ਹਾਂ ਪੈਸੇ ਲਾਏ ਨੇ ਜਾਂ ਕਿਸ ਤਰ੍ਹਾਂ ਕਰਨਾ ਹੈ। ਬਹਰਾਲ ਕਹਿੰਦਾ ਉਸ ਤੋਂ ਬਾਅਦ ਜਿਹੜਾ ਨਾ ਇਹਨੇ ਇੰਝ ਕੀਤਾ ਜਿਸ ਵੇਲੇ ਕੰਮ ਤੋਂ ਛੁੱਟੀ ਕਰਾਈ। ਕਹਿੰਦਾ ਉਹਨੇ ਸਾਰੇ ਪ੍ਰੂਫ ਜਿਹੜੇ ਨੇ ਉਹ ਜਮ੍ਹਾਂ ਕਰ ਲਏ। ਕਹਿੰਦਾ ਜਿਹੜੀਆਂ ਸਾਡੀਆਂ ਕੋਈ ਬੇਈਮਾਨੀਆਂ ਸੀ, ਜੋ ਕੁਝ ਵੀ ਹੈ ਸੀ, ਕਹਿੰਦਾ ਉਹਨੇ ਇਸ ਤਰ੍ਹਾਂ ਕੀਤਾ। ਕੁਝ ਜਿਹੜਾ ਆਪੂ ਕੰਮ ਕੀਤੇ ਹੋਟਲ ਵਿੱਚ। ਕਹਿੰਦਾ ਹੋਟਲ 'ਚ ਇਸ ਤਰ੍ਹਾਂ ਬੇਈਮਾਨੀਆਂ ਕਰਕੇ ਕਹਿੰਦਾ ਅੱਗੇ ਪਿੱਛੇ ਕੋਈ ਗੰਦੀਆਂ ਚੀਜ਼ਾਂ ਸੱਟ ਕੇ ਖਾਣਿਆਂ ਵਿੱਚ ਸਾਰੀਆਂ ਉਹਨੇ ਵੀਡੀਓ ਬਣਾ ਲਈਆਂ। ਕਹਿੰਦਾ ਵੀਡੀਓ ਬਣਾ ਕੇ ਨਾਲ ਕਹਿੰਦਾ ਦੂਸਰੇ ਰੈਸਟੋਰੈਂਟਾਂ 'ਤੇ ਵੀ ਸਾਨੂੰ ਨਹੀਂ ਪਤਾ ਲੱਗਣ ਦਿੱਤਾ, ਉੱਥੇ ਵੀ ਜਿਹੜਾ ਉਹਨੇ ਇਹ ਹੀ ਕੰਮ ਕੀਤਾ।
ਕਹਿੰਦਾ ਸਾਰੇ ਹੋਟਲਾਂ ਤੋਂ ਜਿਹੜਾ ਨਾ ਉਹਨੇ ਸਾਰਾ ਸਿਸਟਮ ਸਾਡਾ ਇਹ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਕਿ ਅਸੀਂ ਜਿਹੜਾ ਨਾ ਚੀਜ਼ਾਂ ਗੰਦੀਆਂ ਬਣਾਉਂਦੇ ਆ। ਕਹਿੰਦਾ ਜਿਸ ਵੇਲੇ ਉਹਨੂੰ ਛੁੱਟੀ ਹੋਈ ਕਹਿੰਦਾ ਉਹਨੇ ਮੈਨੂੰ ਇੱਕ ਵੀਡੀਓ ਤਕਾਈ, ਕਹਿੰਦਾ ਵੀਡੀਓ ਤਕਾ ਕੇ ਨਾ ਮੈਨੂੰ ਕਹਿੰਦਾ ਭਾਈ ਮੈਨੂੰ 15,000 ਯੂਰੋ ਦਿਓ ਨਹੀਂ ਤੇ ਮੈਂ ਇਹ ਪੁਲਿਸ ਨੂੰ ਦੇਣ ਲਗਾ। ਕਹਿੰਦਾ ਮੈਂ ਕਿਹਾ ਤੇਰਾ ਦਿਮਾਗ ਤੇ ਠੀਕ ਹੈ, ਇਹ ਤੂੰ ਵੀਡੀਓ ਕਿੱਥੋਂ ਲੈਂਦੀ ਹੈ, ਸਾਡੇ ਹੋਟਲ ਤੇ ਇਹਦਾ ਸਿਸਟਮ ਹੀ ਕੋਈ ਨਹੀਂ। ਉਹਨੇ ਆਖਿਆ ਭਾਈ ਮੈਂ ਜਾ ਕੇ ਪੁਲਿਸ ਨੂੰ ਦੇਣ ਲਗਾ, ਅਗਰ ਤੁਸੀਂ ਮੈਨੂੰ 15,000 ਯੂਰੋ ਨਾ ਦਿੱਤਾ। ਕਹਿੰਦਾ ਮੇਰੇ ਵਾਸਤੇ 15,000 ਕੋਈ ਨਹੀਂ ਸੀ, ਲੇਕਿਨ ਮੇਰੀ ਇੱਜ਼ਤ ਬੇਇੱਜ਼ਤੀ ਤੇ ਗੱਲ ਆ ਗਈ ਸੀ। ਮੈਂ ਕਿਹਾ ਨਹੀਂ ਮੈਂ ਤੈਨੂੰ ਦੇਣਾ, ਜਾ ਜੋ ਕੁ ਕਰਨੀ ਕਰ ਲੈ। ਕਹਿੰਦਾ ਬਹਰਹਾਲ ਉਹਨੇ ਆਖਿਆ ਠੀਕ ਹੈ ਭਾਈ ਨਹੀਂ ਦੇਣਾ। ਕਹਿੰਦਾ ਉਹਨੇ ਜਾ ਕੇ ਪੁਲਿਸ ਨੂੰ ਦਿੱਤਾ। ਕਹਿੰਦਾ ਦੇ ਕੇ ਨਾਲ ਉਹਨੇ ਇਹ ਆਖਿਆ ਕਿ ਮੈਂ ਤੂੰ ਕੰਮ ਤਾਂ ਛੱਡਿਆ, ਇਹ ਗਾਹਕਾਂ ਨੂੰ ਖਾਣਾ ਨਹੀਂ ਸਹੀ ਦਿੰਦੇ। ਕਹਿੰਦਾ ਉਹਨੇ ਇਹ ਸਾਰੀ ਰਿਪੋਰਟ 'ਚ ਕਹਿੰਦਾ ਉਹਨੇ ਬੜਾ ਪੜ੍ਹਿਆ ਲਿਖਿਆ ਸੀ। ਕਹਿੰਦਾ ਉਹਨੇ ਸਾਰੀਆਂ ਗੱਲਾਂ ਜਿਹੜੀਆਂ ਨੇ ਉਹ ਵਿੱਚ ਲਿਖਾ ਦਿੱਤੀਆਂ। ਕਹਿੰਦਾ ਅੱਗੂ ਸਾਨੂੰ ਪਤਾ ਕੋ ਨਾ, ਕਹਿੰਦਾ ਮੇਰੇ ਤੇ ਫਰਿਸ਼ਤਿਆਂ ਨੂੰ ਪਤਾ, ਮੈਨੂੰ ਤੇ ਇਹ ਸੀ ਕਿਉਂ ਜੇ ਧਮਕੀ ਦੇ ਕੇ ਗਿਆ ਇਹਨੇ ਕਿੱਥੇ ਇਸ ਤਰ੍ਹਾਂ ਦਾ ਕੰਮ ਕਰਨਾ। ਕਹਿੰਦਾ ਸਾਰੇ ਹੋਟਲਾਂ ਤੇ ਉਹਨਾਂ ਨੇ ਇੱਕੋ ਵਾਰੀ ਛਾਪਾ ਮਾਰਿਆ। ਕਹਿੰਦਾ ਛਾਪਾ ਮਾਰ ਕੇ ਜਿਹੜੀ ਉਹਨਾਂ ਨੂੰ ਗਲਤੀ ਨਹੀਂ ਵੀ ਸੀ ਨਾ ਨਜ਼ਰ ਆ ਰਹੀ ਉਹਨਾਂ ਉਹ ਵੀ ਗਲਤੀ ਕੱਢ ਲਈ। ਕਹਿੰਦਾ ਨਾ ਸਾਰੀ ਗਲਤੀ ਕੱਢ ਕੇ ਕਹਿੰਦਾ ਸਾਰਾ ਲਿਖ ਲੋ ਕੇ ਵੱਡੇ ਪਰਚੇ ਉਹਨਾਂ ਬਣਾਏ। ਕਹਿੰਦਾ ਪਰਚੇ ਬਣਾ ਕੇ ਤੇ ਅਗਲੇ ਲੈ ਗਏ। ਕਹਿੰਦਾ ਅਸੀਂ ਰੈਸਟੋਰੈਂਟ ਉੱਥੇ ਚਲਾਉਣ ਲੱਗੇ ਸੀ, ਕੋਈ ਨਹੀਂ ਮਸਲਾ। ਕਹਿੰਦਾ ਮੁੜਿਆ ਸਾਰਿਆਂ ਦੱਸਿਆ ਕਿ ਭਾਈ ਇਸ ਤਰ੍ਹਾਂ ਛਾਪਾ ਪਿਆ, ਲੇਕਿਨ ਇਹ ਹੈ ਕਿ ਜਿਹੜਾ ਨਾ ਅੱਗੋਂ ਨਾ ਲਿਖ ਲੋਕ ਕੇ ਲੈ ਗਏ ਨੇ, ਲੱਗਦਾ ਨਹੀਂ ਹੈ ਉਹਨਾਂ ਨੂੰ ਕੋਈ ਮੇਨ ਚੀਜ਼ ਨਜ਼ਰ ਆਈ ਹੈ। ਕਹਿੰਦਾ ਬਹਰਹਾਲ ਜਿਸ ਵੇਲੇ ਮੈਨੂੰ ਪਤਾ ਉਸ ਟਾਈਮ ਲੱਗਾ ਤਕਰੀਬਨ 27-28 ਦਿਨਾਂ ਬਾਅਦ ਕਹਿੰਦਾ ਉਧਰੋਂ ਲੈਟਰ ਆ ਗਿਆ ਕਿ ਤੁਹਾਡੇ ਹੋਟਲ ਸਾਰੇ ਜਿਹੜੇ ਨੇ ਸੀਲ ਹੋਣ ਲੱਗੇ ਨੇ, ਕਿਉਂਕਿ ਤੁਸੀਂ ਜਿਹੜਾ ਨਾ ਤੁਹਾਡਾ ਜਿਹੜਾ ਖਾਣਾ ਨਹੀਂ ਠੀਕ, ਫਲਾਣੀ ਚੀਜ਼ ਨਹੀਂ ਠੀਕ। ਕਹਿੰਦਾ ਉਹਨਾਂ ਸਾਰੀਆਂ ਲਿਸਟਾਂ। ਕਹਿੰਦਾ ਮੇਰੇ ਹੱਥ ਪੈਰ ਕੰਮਣ ਲੱਗ ਪਏ, ਇਤਨਾ ਪੈਸਾ ਲਾਇਆ, ਇੰਨੇ ਮਿਹਨਤਾਂ ਨਾਲ ਕੰਮ ਕੀਤੇ। ਕਹਿੰਦਾ ਮੇਰੇ ਵਾਸਤੇ ਪਰੇਸ਼ਾਨੀ ਬਣ ਗਈ। ਕਹਿੰਦਾ ਮੈਂ ਢੇਰ ਵਕੀਲ ਕੀਤਾ, ਉਹਨਾਂ ਆਖਿਆ ਨਹੀਂ ਜੀ। ਕਹਿੰਦਾ ਉਹਨਾਂ ਯਕਦਮ ਦੱਸੇ ਦੇ ਦੱਸੇ ਹੋਟਲ ਮੇਰੇ ਜਿਹੜੇ ਨੇ ਕਹਿੰਦਾ ਉਹਨਾਂ ਸੀਲ ਕਰ ਦਿੱਤੇ। ਕਹਿੰਦਾ ਉਹਨਾਂ ਬਾਹਰ ਤਾਲੇ ਲਾ ਦਿੱਤੇ। ਕਹਿੰਦਾ ਤਾਲੇ ਲਾਏ। ਕਹਿੰਦਾ ਅੱਗੂ ਵਰਕਰਾਂ ਦੀਆਂ ਤਨਖਾਹਾਂ, ਕਹਿੰਦਾ ਅੱਗੂ ਹੋਟਲ ਦੇ ਕਿਰਾਏ, ਕਹਿੰਦਾ ਢੇਰ ਲੰਮਾ ਸਿਸਟਮ ਹੋ ਗਿਆ ਕਿ 10 ਹੋਟਲ ਸੀ, ਕੋਈ ਛੋਟੇ ਮੋਟੇ ਨਹੀਂ। ਕਹਿੰਦਾ ਉਤੋਂ ਜੁਰਮਾਨਾ ਵੀ ਜਿਹੜਾ ਉਹਨਾਂ ਕੀਤਾ ਨਾ ਉਹ ਵੀ ਤਕਰੀਬਨ 3 ਲੱਖ ਯੂਰੋ ਦੇ ਨੇੜੇ ਜੁਰਮਾਨਾ ਸੀ 10 ਹੋਟਲਾਂ ਦਾ। ਕਹਿੰਦਾ ਉਹ ਵੱਖਰਾ ਮੇਰੇ ਵਾਸਤੇ ਟੈਨਸ਼ਨ ਬਣ ਗਈ ਕਿ ਤੂੰ ਪੈਸੇ ਲਿਆਵਾਂ ਇਤਨੇ। ਕਹਿੰਦਾ ਜ਼ਾਰੀ ਗੱਲ ਆ ਵਰਕਰਾਂ ਦੇ ਵੀ ਆਪਣੇ ਵੀ ਸਾਰੇ ਖਰਚੇ ਹੋਏ। ਕਹਿੰਦਾ ਬਹਰਹਾਲ ਨਾ ਉਹ ਸਾਰਾ ਕੁਝ ਵਕੀਲ ਆਂਦਾ ਕਿ ਅਸੀਂ ਕੁਝ ਵੀ ਨਹੀਂ ਕਰ ਸਕਦੇ ਇਸ ਬਾਰੇ 'ਚ, ਇਹ ਹੈ ਕਿ ਤੂੰ ਅਪੀਲ ਕਰ ਦੇ, ਹੋ ਸਕਦਾ ਤੇਰਾ ਸਾਲ ਨੂੰ ਸੁਣੀ ਜਾਏ, 2 ਸਾਲ ਨੂੰ। ਕਹਿੰਦਾ ਸਾਲ 2 ਨੂੰ ਤੇ ਉਂਝ ਹੀ ਮੈਂ ਖਤਮ ਹੋ ਜਾਵਾਂਗਾ, ਮੇਰੇ ਕਿਚਨ ਵਾਲੇ ਬੰਦੇ ਗਏ, ਵਰਕਰ ਗਏ, ਮੈਂ ਕਿੱਥੋਂ ਰਹਿਣਾ। ਕਹਿੰਦਾ ਮੈਂ ਇਹ ਸੋਚਿਆ ਕਿ ਫਟੋਫਟ ਇਹਨਾਂ 'ਚੋਂ ਸਮਾਨ ਕੱਢਣ ਵਾਲੀ ਕੋਸ਼ਿਸ਼ ਕਰੋ। ਕਹਿੰਦਾ ਸਾਰਾ ਕੁਝ ਖਤਮ ਹੋ ਗਿਆ ਮੇਰਾ। ਕਹਿੰਦਾ ਫਿਰ ਸਾਰਾ ਸਮਾਨ ਉੱਥੋਂ ਬਸ ਨਾ ਚੁੱਕ ਕੇ ਨਾ ਕਹਿੰਦਾ ਇੱਕ ਵੱਡਾ ਜਿਹਾ ਗੋਦਾਮ ਲਿਆ, ਸਾਰੇ ਹੋਟਲਾਂ ਦਾ ਸਮਾਨ ਉੱਥੇ ਜਾ ਸਟਿਆ। ਕਹਿੰਦਾ ਜਿਸ ਵੇਲੇ ਉੱਤੇ ਸਟਿਆ ਦੁਕਾਨਾਂ ਸਾਰੀਆਂ ਖਾਲੀ ਹੋ ਗਈਆਂ, ਉਹਨਾਂ ਸੀਲ ਕਰ ਦਿੱਤੀਆਂ। ਕਹਿੰਦਾ ਮੈਂ ਆਖਿਆ ਵੀ ਉਸ ਬੰਦੇ ਨੂੰ ਮੈਂ ਛੱਡਣਾ ਨਹੀਂ ਹੈ। ਕਹਿੰਦਾ ਢੇਰ ਉਸ ਬੰਦੇ ਨੂੰ ਮੈਂ ਢੂੰਡਿਆ ਲੇਕਿਨ ਉਹ ਬੰਦਾ ਮੈਨੂੰ ਨਹੀਂ ਲੱਭਾ। ਕਹਿੰਦਾ ਲੇਕਿਨ ਰੱਬ ਦੀ ਰਜ਼ਾ ਸੀ, ਲੇਕਿਨ ਮੈਂ ਇਹ ਸੋਚਿਆ ਕਿ ਇਸ ਬੰਦੇ ਨੇ ਮੇਰੇ 10 ਹੋਟਲ ਬੰਦ ਕਰਾ ਦਿੱਤੇ ਨੇ ਤੇ ਮੈਂ ਇੱਕ ਛੋਟੀ ਜੀ ਹਮਦਰਦੀ ਕੀਤੀ ਹੈ ਤੇ ਛੋਟੀ ਹਮਦਰਦੀ ਨਾਲ ਮੈਨੂੰ ਕੀ ਲੱਭਾ, ਮੇਰਾ ਤੇ ਸਾਰਾ ਕੁਝ ਹੀ ਬੰਦ ਕਰਾ ਕੇ ਟੁਰ ਗਿਆ। ਕਹਿੰਦਾ ਇਸ ਵਾਸਤੇ ਕੋਸ਼ਿਸ਼ ਕਰੋ ਕਾਰੋਬਾਰ 'ਚ ਹਮਦਰਦੀ ਨਾ ਕਰੋ, ਅਗਰ ਤੁਸੀਂ ਹਮਦਰਦੀ ਕਰੋਗੇ ਤੇ ਤੁਹਾਡੇ ਅੰਦਰੋਂ ਵੀ ਬੰਦੇ ਚੀਜ਼ਾਂ ਛਿੱਕ ਲਿਆਉਣਗੇ। ਕਹਿੰਦਾ ਮੇਰੇ ਨਾਲ ਇਹ ਵਾਕਿਆ ਹੋਇਆ ਸੀ, ਹੋ ਸਕਦਾ ਮੈਂ ਬਿਆਨ ਠੀਕ ਕੀਤਾ ਹੋਵੇ, ਤੁਹਾਨੂੰ ਅਗਰ ਠੀਕ ਲੱਗਾ ਹੋਵੇ ਤੇ ਲਾਈਕ ਜ਼ਰੂਰ ਕਰਿਆ ਕਰੋ, ਕਮੈਂਟਸ ਵੀ ਕਰਿਆ ਕਰੋ, ਸਬਸਕ੍ਰਾਈਬ ਕਰ ਦਿਓ ਤੇ ਦਿਲ ਖੁਸ਼ ਹੁੰਦਾ। ਕੋਸ਼ਿਸ਼ ਕਰਿਆ ਕਰੋ ਯਾਰ, ਲਾਈਕ ਵੀ ਕਰਿਆ ਕਰੋ, ਕਮੈਂਟਸ ਵੀ ਕਰਿਆ ਕਰੋ, ਹਾਲੀ ਸੁਣਿਆ ਨਾ ਕਰਿਆ ਕਰੋ, ਤਾਂ ਕਿ ਤੁਸੀਂ ਸਾਰੇ ਲਾਈਕ ਸ਼ੇਅਰ ਕਰਦੇ ਹੋ ਤੇ ਜ਼ਰਾ ਦਿਲ ਖੁਸ਼ ਹੁੰਦਾ ਕਿ ਚਲੋ ਮੇਰੇ ਦੋਸਤਾਂ ਨੇ ਕੋਈ ਥੋੜੇ ਬਹੁਤ ਲਾਈਕ ਵੀ ਮੈਨੂੰ ਕੀਤੇ ਨੇ। ਬਾਕੀ ਦੁਆਵਾਂ 'ਚ ਯਾਦ ਰੱਖਿਓ, ਆਪਣੀ ਸਿਹਤ ਦਾ ਖਿਆਲ ਰੱਖਿਓ।